ਇਹ ਤਾਂ ਸ਼ਰੇਆਮ ਨਜਾਇਜ਼ ਤੌਰ ਤੇ ਸਾਰੇ ਲੁਧਿਆਣਾ ਵਾਸੀਆਂ ਦੇ ਨਾਲ ਇੱਕ ਬੇਇਨਸਾਫੀ ਆ, ਧੱਕਾ ਆ। ਇਸੇ ਹੀ ਚੀਜ਼ ਦੀ ਰੀਤ ਨੂੰ, ਰਿਵਾਜ ਨੂੰ ਕਾਇਮ ਰੱਖਦੇ ਹੋਏ ਜਿਹੜੇ ਸੁਬਰਾਮਨੀਅਮ ਜੀ ਨੇ, ਉਹ ਖਾਸਮ ਖਾਸ ਜਿਵੇਂ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਕਿ ਆਸ਼ੂ ਜੀ ਦੀ ਹਿੱਕ ਦੇ ਵਾਲ ਨੇ। LDP ਜਿਹੜੇ ਪਲਾਟ ਨੇ ਉਹਨਾਂ ਦੀ ਨਜਾਇਜ਼ ਤੌਰ ਤੇ ਇਹਨਾਂ ਨੇ ਆਕਸ਼ਨ ਕੀਤੀ, ਉਹਨਾਂ ਦਾ ਡਰਾਅ ਕੱਢਿਆ, ਆਪਣੇ ਚਹੇਤਿਆਂ ਨੂੰ ਦਿੱਤੇ। ਹੋਰ ਵੀ ਇਹਨਾਂ ਨੇ ਕਰੋੜਾਂ ਅਰਬਾਂ ਦੇ ਘੁਟਾਲੇ ਕੀਤੇ ਭਾਰਤ ਭੂਸ਼ਣ ਆਸ਼ੂ ਜੀ ਦੇ ਨਾਲ ਮਿਲ ਕੇ, ਜਿਹਨੂੰ ਆਪਾਂ ਜਿੰਦਰਾ ਲਾ ਲਈਏ, ਲੋਕ ਲਾ ਲਈਏ, ਚਾਬੀ ਮੇਰੀ ਜੇਬ 'ਚ ਹੋਵੇ, ਕੋਈ ਆਮ ਵਿਅਕਤੀ ਉੱਥੇ ਵੜ ਨਹੀਂ ਸਕਦਾ, ਤੇ ਅਸੀਂ ਕਿਵੇਂ ਕਹੀਏ ਕਿ ਆਮ ਪਬਲਿਕ ਦੇ ਵਾਸਤੇ ਹਰੇਕ ਵਿਅਕਤੀ ਨੂੰ ਦਿਸ ਰਿਹਾ ਕਿ ਅੱਜ ਸਾਡੇ ਲੁਧਿਆਣੇ ਦੇ ਨਾਲ ਬੇਇਨਸਾਫੀ ਹੋ ਰਹੀ ਆ। ਪਾਰਕ ਦੇ ਉੱਪਰ ਨਜਾਇਜ਼ ਕਬਜ਼ਾ ਕਰਕੇ ਬਾਲਾ ਸੁਬਰਾਮਨੀਅਮ ਜੀ ਨਜਾਇਜ਼ ਤੌਰ ਤੇ ਉੱਥੇ ਬੈਠੇ ਨੇ, ਜਿਹੜਾ ਕਿ ਬਿਲਕੁਲ ਇਲੀਗਲ ਆ, ਗੈਰ ਕਾਨੂੰਨੀ ਆ। ਆਮ ਲੋਕਾਂ ਦੀ ਪਾਰਕ ਨੂੰ ਆਪਾਂ ਗੇਟ ਨਹੀਂ ਲਾਉਂਦੇ, ਆਪਾਂ ਅੰਦਰ ਕਾਰਾਂ ਨਹੀਂ ਖੜੀਆਂ ਕਰਦੇ, ਆਪਾਂ ਅੰਦਰ ਜਨਰੇਟਰ ਨਹੀਂ ਰੱਖਦੇ, ਔਰ ਉਹਦੀ ਚਾਬੀ ਜਿਹੜੀ ਆ ਨਜਾਇਜ਼ ਤੌਰ ਤੇ ਜਿਹੜੇ ਸਰਕਾਰੀ ਕਰਮਚਾਰੀਆਂ ਦੀ ਦੁਰਵਰਤੋਂ ਕਰ ਰਹੇ ਨੇ ਸੁਬਰਾਮਨੀਅਮ ਜੀ, ਆਪਣੇ ਘਰ ਦੇ ਵਿੱਚ ਉਹਨਾਂ ਕੋਲ ਕੰਮ ਕਰਾ ਕੇ ਉਹਨਾਂ ਨੂੰ ਚਾਬੀਆਂ ਨਹੀਂ ਦਿੰਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਵਿਕਾਸ ਮਲਹੋਤਰਾ ਔਰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ। ਇੰਪਰੂਵਮੈਂਟ ਟਰਸਟ ਲੁਧਿਆਣਾ ਦੇ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਦੇ ਕਾਰਗੁਜ਼ਾਰੀ ਦੇ ਉੱਤੇ ਕਈ ਸਵਾਲ ਖੜੇ ਹੋ ਰਹੇ ਨੇ। ਸੋ ਬੀਜੇਪੀ ਪਹਿਲੇ ਵੀ ਸਵਾਲ ਖੜੇ ਕਰਦੀ ਆਈ ਹੈ। 4.5 ਏਕੜ ਜਿਹੜੀ ਲੈਂਡ ਹੈ ਲੁਧਿਆਣਾ ਦੇ ਪੌਸ਼ ਇਲਾਕੇ ਮਾਡਲ ਟਾਊਨ ਐਕਸਟੈਂਸ਼ਨ ਦੇ ਵਿੱਚ, ਉਸ ਨੂੰ ਲੈ ਕੇ ਬੜੇ ਸਵਾਲ ਖੜੇ ਕੀਤੇ ਗਏ ਸੀਗੇ। ਸੋ ਹੁਣ ਇੱਕ ਹੋਰ ਨਵੇਂ ਸਵਾਲ ਖੜੇ ਹੋ ਰਹੇ ਨੇ। ਉਹ ਸਵਾਲ ਨੇ ਉਹਨਾਂ ਦੀ ਕੋਠੀ ਦੇ ਬੈਕ ਸਾਈਡ ਤੇ ਜਿਹੜਾ ਸਰਕਾਰੀ ਪਾਰਕ ਹੈ, ਉਹ ਪਾਰਕ ਨੂੰ ਕਬਜ਼ਾ ਕਰਨ ਦਾ ਆਰੋਪ ਉਹਨਾਂ ਦੇ ਲੱਗ ਰਿਹਾ ਹੈ। ਸੋ ਸਾਡੇ ਨਾਲ ਮੌਜੂਦ ਨੇ ਸੀਨੀਅਰ ਭਾਜਪਾ ਲੀਡਰ ਐਡਵੋਕੇਟ ਬਿਕਰਮ ਸਿੱਧੂ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦਾ ਕੀ ਕਹਿਣਾ ਹੈ। ਬਿਕਰਮ ਜੀ, ਪਹਿਲੇ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਮੇਰੇ ਸਾਰੇ ਲੁਧਿਆਣਾ ਸ਼ਹਿਰ ਦੇ ਰਿਸਪੈਕਟਡ ਸਿਟੀਜ਼ਨਸ ਨੂੰ ਗੁੱਡ ਈਵਨਿੰਗ, ਸਤਿ ਸ੍ਰੀ ਅਕਾਲ। ਔਰ ਸਾਰੇ ਸਰੋਤਿਆਂ ਨੂੰ ਬੇਨਤੀ ਆ ਕਿ ਜੋ ਸਾਡੇ ਲੁਧਿਆਣਾ ਸ਼ਹਿਰ ਨਾਲ ਅੱਜ ਦੀ ਡੇਟ ਦੇ ਵਿੱਚ ਵਾਪਰ ਰਿਹਾ, ਜੋ ਇੱਕ ਲੈਂਡ ਮਾਫੀਆ ਭਾਰਤ ਭੂਸ਼ਣ ਆਸ਼ੂ ਜੀ ਤੇ ਨਾਲ ਉਹਨਾਂ ਦੇ ਰਲੇ ਹੋਏ ਨੇ ਚੇਅਰਮੈਨ ਸੁਬਰਾਮਨੀਅਮ ਜੀ, ਤੇ ਨਾਲ ਕੁਝ ਹੋਰ ਲੈਂਡ ਮਾਫੀਆ ਦੇ ਜਿਹੜੇ ਲੋਕ ਮਿਲੇ ਹੋਏ ਨੇ, ਉਹਨਾਂ ਤੋਂ ਅੱਜ ਸਾਰੇ ਲੁਧਿਆਣੇ ਨੂੰ ਬਚਾਉਣ ਦੀ ਜ਼ਰੂਰਤ ਆ। ਨਹੀਂ ਤਾਂ ਅਦਰਵਾਈਜ਼ ਸਾਡੀਆਂ ਫਿਊਚਰ ਜਨਰੇਸ਼ਨਸ ਇਸ ਚੀਜ਼ ਦਾ ਖਮਿਆਜਾ ਭੁਗਤਣਗੇ ਕਿ ਅਸੀਂ ਸਮੇਂ ਸਿਰ ਕਾਰਵਾਈ ਨਾ ਕਰਕੇ ਆਪਣੀਆਂ ਜਨਰੇਸ਼ਨ ਦੇ ਨਾਲ ਅਸੀਂ ਇਨਸਾਫ ਨਹੀਂ ਕੀਤਾ। ਬਿਕਰਮ ਜੀ, ਇੱਕ ਆਰੋਪ ਪਹਿਲੇ ਲੱਗੇ 4.5 ਏਕੜ ਦੀ ਜ਼ਮੀਨ ਨੂੰ ਲੈ ਕੇ, ਹੁਣ ਆਰੋਪ ਲੱਗ ਰਹੇ ਨੇ ਪਾਰਕ ਨੂੰ। ਪਾਰਕ ਸਰਕਾਰੀ ਸੀ ਇਹ ਕਿਹਾ ਜਾ ਰਿਹਾ ਸੀਗਾ, ਔਰ ਹੁਣ ਉਹ ਪਾਰਕ ਦੇ ਵਿੱਚ ਕੀ ਸਿਸਟਮ ਹੈਗਾ, ਤੁਹਾਡੇ ਪੂਰਾ ਨੌਲੇਜ ਵੀ ਹੈਗਾ, ਉਹ ਕੀ ਮਾਮਲਾ ਕੀ ਹੈਗਾ ਸਾਰਾ? ਦੇਖੋ ਜੀ, ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਆਰੋਪ ਤੇ ਅਸਲੀਅਤ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ। ਅਸੀਂ ਜੋ ਵੀ ਚੀਜ਼ ਸਾਰੀ ਪਬਲਿਕ ਦੇ ਸਾਹਮਣੇ ਲੁਧਿਆਣਾ ਸ਼ਹਿਰ ਦੇ ਵਿੱਚ ਰੱਖੀ ਆ, ਉਹ ਅਸਲੀਅਤ ਤੌਰ ਤੇ ਵਾਪਰ ਚੁੱਕਿਆ ਹੈ। ਸੋ ਇਹ ਆਰੋਪ ਨਹੀਂ ਗੇ, ਇਹ ਲੁਧਿਆਣੇ ਦੇ ਨਾਲ ਬਹੁਤ ਵੱਡਾ ਧੋਖਾ ਤੇ ਬਹੁਤ ਵੱਡਾ ਫਰਾਡ ਇਹ ਸੁਬਰਾਮਨੀਅਮ ਜੀ ਜਿਹੜੇ ਚੇਅਰਮੈਨ ਸਾਹਿਬ ਜੀ ਨੇ ਤੇ ਸਾਡੇ ਸਤਿਕਾਰਯੋਗ ਮੰਤਰੀ ਆਸ਼ੂ ਜੀ ਨੇ, ਇਹ ਰਲ ਕੇ ਕੁਝ ਲੈਂਡ ਮਾਫੀਆ ਦੇ ਨਾਲ ਕਰ ਚੁੱਕੇ ਨੇ। ਜਿਹੜਾ ਆਪ ਜੀ ਦਾ ਸਵਾਲ ਪਾਰਕਾਂ ਦੇ ਸੰਬੰਧ ਵਿੱਚ ਆ, ਉਹ ਕੋਈ ਪਹਿਲੀ ਵਾਰ ਨਹੀਂ ਹੋਇਆ। ਭਾਰਤ ਭੂਸ਼ਣ ਆਸ਼ੂ ਜੀ ਬੜੇ ਚਿਰ ਤੋਂ ਇੱਕ ਨਜਾਇਜ਼ ਤੌਰ ਤੇ ਇੱਕ ਪਾਰਕ ਦੇ ਉੱਪਰ, ਇੱਕ ਕਮਿਊਨਿਟੀ ਸੈਂਟਰ ਦੇ ਉੱਪਰ ਕਬਜ਼ਾ ਕਰਕੇ ਲੋਕਾਂ ਨੂੰ ਨਾ ਉੱਥੇ ਵੜਨ ਦੀ ਇਜਾਜ਼ਤ ਆ, ਨਾ ਉੱਥੇ ਆਮ ਲੋਕ ਸੈਰ ਕਰ ਸਕਦੇ, ਨਾ ਉੱਥੇ ਆਮ ਲੋਕ ਜਾ ਸਕਦੇ ਆ। ਉਹਦੀ ਦੁਰਵਰਤੋਂ ਆਪਣੇ ਨਿੱਜੀ ਹਿੱਤਾਂ ਲਈ ਕਰ ਰਹੇ ਨੇ। ਇਸੇ ਹੀ ਚੀਜ਼ ਦੀ ਰੀਤ ਨੂੰ, ਰਿਵਾਜ ਨੂੰ ਕਾਇਮ ਰੱਖਦੇ ਹੋਏ ਜਿਹੜੇ ਸੁਬਰਾਮਨੀਅਮ ਜੀ ਨੇ, ਉਹ ਖਾਸਮ ਖਾਸ ਜਿਵੇਂ ਆਪਾਂ ਕਹਿ ਦਿੰਦੇ ਪੰਜਾਬੀ ਦੇ ਵਿੱਚ ਕਿ ਆਸ਼ੂ ਜੀ ਦੀ ਹਿੱਕ ਦੇ ਵਾਲ ਨੇ। ਔਰ ਇਹਨਾਂ ਕਰਕੇ ਜਾਣਿਆ ਵੀ ਜਾਂਦਾ ਕਿਉਂਕਿ ਚੇਅਰਮੈਨ ਬਣਨ ਤੋਂ ਪਹਿਲਾਂ ਕੁਝ ਵਕਤ ਜਿਹੜੇ ਸੁਬਰਾਮਨੀਅਮ ਸਾਹਿਬ ਜੀ ਨੇ, ਇਹਨਾਂ ਨੇ ਭਾਰਤ ਭੂਸ਼ਣ ਆਸ਼ੂ ਜੀ ਦੇ ਫੂਡ ਐਂਡ ਸਿਵਲ ਸਪਲਾਈ ਦੇ ਦਫ਼ਤਰ ਦੇ ਵਿੱਚ ਉਹਨਾਂ ਦੇ ਇੱਕ ਨੁਮਾਇੰਦੇ ਵਜੋਂ ਵੀ ਕੰਮ ਕੀਤਾ। ਫਾਈਲਾਂ ਫੂਲਾਂ ਪੜ੍ਹਦੇ ਹੁੰਦੇ ਸੀ ਉੱਥੇ। ਬਾਅਦ ਵਿੱਚ ਆਸ਼ੂ ਜੀ ਨੇ ਇਹਨਾਂ ਨੂੰ ਚੇਅਰਮੈਨਸ਼ਿਪ ਦੇ ਨਾਲ ਨਿਵਾਜਿਆ। ਔਰ ਜਦੋਂ ਉਹ ਚੇਅਰਮੈਨ ਬਣੇ ਤਾਂ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ BRS ਨਗਰ ਦੇ ਵਿੱਚ ਉਹਨਾਂ ਦੀ ਰਿਹਾਇਸ਼ ਆ, ਉਸ ਨੂੰ ਸਿੱਧਾ ਜਿਹੜਾ ਰਸਤਾ ਸੀ ਉਹ ਥਾਣੇ ਵੱਲੋਂ ਮੇਨ ਰੋਡ ਤੋਂ ਨਹੀਂ ਜਾਂਦਾ ਸੀ। ਉਸ ਰਸਤੇ ਨੂੰ ਉਹਨਾਂ ਬਣਾਉਣ ਵਾਸਤੇ ਗੈਰ ਕਾਨੂੰਨੀ ਢੰਗ ਦੇ ਨਾਲ ਚੇਅਰਮੈਨ ਸਾਹਿਬ ਨੇ ਸਭ ਤੋਂ ਪਹਿਲਾਂ ਪਾਰਕ ਦੇ ਉੱਪਰ ਨਜਾਇਜ਼ ਤੌਰ ਤੇ ਕਬਜ਼ਾ ਕੀਤਾ।
ਕਬਜ਼ਾ ਕਰਨ ਦੇ ਉਪਰੰਤ ਉਸ ਪਾਰਕ ਦੀ ਭੰਨ ਤੋੜ ਕਰਕੇ ਜਿਹੜੀ ਕਿ ਆਮ ਲੋਕਾਂ ਦੇ ਵਾਸਤੇ ਸੀ, ਸਾਡੇ ਵਰਗੇ ਜਿਹੜੇ ਇੱਕ ਸ਼ਰੀਫ ਨਾਗਰਿਕ ਨੇ ਉਹਨਾਂ ਵਾਸਤੇ ਸੀ, ਉਹਦੇ ਵਿੱਚ ਦੀ ਨਜਾਇਜ਼ ਤੌਰ ਤੇ ਇੱਕ ਗੈਰ ਕਾਨੂੰਨੀ ਸੜਕ ਬਣਾਈ। ਸੜਕ ਬਣਾਉਣ ਤੋਂ ਬਾਅਦ ਉਸ ਪਾਰਕ ਦੇ ਆਸੇ-ਪਾਸੇ ਲੋਹੇ ਦੇ ਵੱਡੇ ਵੱਡੇ ਇੰਗਲੈਰਨ ਲਾ ਕੇ ਉਹਦੇ ਉੱਪਰ ਕਬਜ਼ਾ ਕੀਤਾ, ਉਹਨੂੰ ਗੇਟ ਲਾਇਆ ਔਰ ਗੇਟ ਲਾ ਕੇ ਉਹਦੇ ਅੰਦਰ ਹੁਣ ਇਸ ਟਾਈਮ ਸੁਬਰਾਮਨਿਅਮ ਜੀ ਦੀਆਂ ਗੱਡੀਆਂ ਖੜ੍ਹਦੀਆਂ ਨੇ ਔਰ ਪਾਰਕ ਜਿਹੜੀ ਆ ਉਹ ਆਮ ਪਬਲਿਕ ਦੀ ਪਾਰਕ ਨਹੀਂ ਰਹੀ, ਉਹ ਇੱਕ ਨਿੱਜੀ ਤੌਰ ਤੇ ਥਾਂ ਬਣ ਚੁੱਕੀ ਆ ਸੁਬਰਾਮਨਿਅਮ ਸਾਹਿਬ ਜੀ ਦੀ। ਔਰ ਉਹਦੇ ਅੰਦਰ ਉਹਨਾਂ ਨੇ ਜਨਰੇਟਰ ਰੱਖੇ ਹੋਏ ਨੇ ਔਰ ਸੁਬਰਾਮਨਿਅਮ ਜੀ ਪਿੱਛੇ ਜੇ ਕਹਿੰਦੇ ਸੀ ਕਿ ਜੀ ਇਹ ਤਾਂ ਪਾਰਕ ਆਮ ਲੋਕਾਂ ਦੀ ਆ, ਆਮ ਲੋਕਾਂ ਦੀ ਪਾਰਕ ਨੂੰ ਆਪਾਂ ਗੇਟ ਨਹੀਂ ਲਾਉਂਦੇ, ਆਪਾਂ ਅੰਦਰ ਕਾਰਾਂ ਨਹੀਂ ਖੜੀਆਂ ਕਰਦੇ, ਆਪਾਂ ਅੰਦਰ ਜਨਰੇਟਰ ਨਹੀਂ ਰੱਖਦੇ ਔਰ ਉਹਦੀ ਚਾਬੀ ਜਿਹੜੀ ਆ ਨਜਾਇਜ਼ ਤੌਰ ਤੇ ਜਿਹੜੇ ਸਰਕਾਰੀ ਕਰਮਚਾਰੀਆਂ ਦੀ ਦੁਰਵਰਤੋਂ ਕਰ ਰਹੇ ਨੇ ਸੁਬਰਾਮਨਿਅਮ ਜੀ ਆਪਣੇ ਘਰ ਦੇ ਵਿੱਚ ਉਹਨਾਂ ਕੋਲ ਕੰਮ ਕਰਾ ਕੇ ਉਹਨਾਂ ਨੂੰ ਚਾਬੀਆਂ ਨਹੀਂ ਦਿੰਦੇ। ਸੋ ਇਹ ਤਾਂ ਸ਼ਰੇਆਮ ਨਜਾਇਜ਼ ਤੌਰ ਤੇ ਸਾਰੇ ਲੁਧਿਆਣਾ ਵਾਸੀਆਂ ਦੇ ਨਾਲ ਇੱਕ ਬੇਇਨਸਾਫੀ ਆ, ਧੱਕਾ ਆ। ਮੈਂ ਇਹ ਮੰਨਦਾ ਆ ਕਿ ਅੱਜ ਸਾਡੇ ਲੁਧਿਆਣਾ ਸ਼ਹਿਰ ਦੇ ਜਿਹੜੇ ਨਾਗਰਿਕ ਨੇ ਬਹੁਤ ਸ਼ਰੀਫ ਨੇ, ਕਿਉਂਕਿ ਉਹ ਕਦੇ ਵੀ ਕਿਸੇ ਇਹੋ ਜਿਹੇ ਗੱਲ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿ ਜਿਹੜੇ ਆਦਮੀ ਇਸ ਟਾਈਮ ਪਾਵਰ ਵਿੱਚ ਨੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਵੀ ਵਿਗਾੜੀ ਜਾਵੇ, ਕਿਉਂਕਿ ਉਹਨਾਂ ਨੂੰ ਖਦਸ਼ਾ ਆ ਕਿ ਕਿਤੇ ਨਾ ਕਿਤੇ ਆਸ਼ੂ ਜੀ ਵਰਗੇ ਜਾਂ ਸੁਬਰਾਮਨਿਅਮ ਜੀ ਵਰਗੇ ਕਿਤੇ ਉਹਨਾਂ ਦੇ ਖਿਲਾਫ ਕੋਈ ਗੈਰ ਕਾਨੂੰਨੀ ਢੰਗ ਨਾਲ ਕੋਈ ਕਾਰਵਾਈ ਕਰਾ ਕੇ ਉਹਨਾਂ ਨੂੰ ਮਾਲੀ ਜਾਂ ਜਾਨੀ ਨੁਕਸਾਨ ਨਾ ਪਹੁੰਚਾਉਣ, ਜਿਸ ਕਰਕੇ ਲੋਕ ਇਹਨਾਂ ਤੋਂ ਅੱਗੇ ਆਉਣ ਤੋਂ ਗਰੇਜ਼ ਕਰਦੇ ਨੇ। ਪਰ ਹਰੇਕ ਵਿਅਕਤੀ ਨੂੰ ਦਿਸ ਰਿਹਾ ਕਿ ਅੱਜ ਸਾਡੇ ਲੁਧਿਆਣੇ ਦੇ ਨਾਲ ਬੇਇਨਸਾਫੀ ਹੋ ਰਹੀ ਆ। ਪਾਰਕ ਦੇ ਉੱਪਰ ਨਜਾਇਜ਼ ਕਬਜ਼ਾ ਕਰਕੇ ਬਾਲਾ ਸੁਬਰਾਮਨਿਅਮ ਜੀ ਨਜਾਇਜ਼ ਤੌਰ ਤੇ ਉੱਥੇ ਬੈਠੇ ਨੇ, ਜਿਹੜਾ ਕਿ ਬਿਲਕੁਲ ਇਲੀਗਲ ਆ, ਗੈਰ ਕਾਨੂੰਨੀ ਆ। ਔਰ ਅਸੀਂ ਆਪਣੇ ਲੁਧਿਆਣਾ ਦੀ ਜਨਤਾ ਦੇ ਨਾਲ ਇਨਸਾਫ ਚਾਹੁੰਦੇ ਆ, ਅਸੀਂ ਚਾਹੁੰਦੇ ਕਿ ਜਸਟੀਫਾਈ ਹੋਵੇ ਔਰ ਜੇਕਰ ਅਸੀਂ ਇਸ ਚੀਜ਼ ਨੂੰ ਇਹਨਾਂ ਨੇ ਨਾ ਸੁਧਾਰਿਆ ਤਾਂ ਭਵਿੱਖ ਦੇ ਵਿੱਚ ਅਸੀਂ ਜ਼ਰੂਰ ਕਾਨੂੰਨ ਅਨੁਸਾਰ ਇਸ ਦੀ ਕਾਰਵਾਈ ਕਰਾਂਗੇ ਤਾਂ ਕਿ ਇਹ ਪਬਲਿਕ ਦੀ ਪਾਰਕ ਪਬਲਿਕ ਦੇ ਹਿੱਤਾਂ ਵਾਸਤੇ ਹੀ ਵਰਤੋਂ ਵਿੱਚ ਲਿਆਏ। ਬਿਕਰਮ ਜੀ, ਇੱਕ ਇਹ ਕਿਹਾ ਗਿਆ ਸੀਗਾ, ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਕਿ ਰਮਨ ਬਾਲਾ ਸੁਬਰਾਮਨਿਅਮ ਇਹ ਕਹਿੰਦੇ ਨੇ ਕਿ ਇਹ ਪਾਰਕ ਜਿਹੜਾ ਹੈ ਪਾਰਕ ਲੋਕਾਂ ਵਾਸਤੇ ਹੈ। ਉਹਨਾਂ ਦਾ ਉਦੋਂ ਵੀ ਇਹ ਕਹਿਣਾ ਸੀਗਾ ਵੀ ਜਦੋਂ ਇਹ ਸਟੈਬਲਿਸ਼ ਕੀਤਾ ਗਿਆ ਸੀ ਪਾਰਕ ਨੂੰ ਵਧੀਆ ਮੇਨਟੇਨੈਂਸ ਕੀਤੀ ਗਈ ਸੀਗੀ ਤੇ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਕੀਤੀ ਗਈ ਸੀਗੀ, ਤਾਂ ਕਿ ਜਿਹੜੇ ਇਲਾਕੇ ਦੇ ਲੋਕ ਨੇ ਉਹ ਜਿਹੜਾ ਪਾਰਕ ਹੈ ਉਹ BRS ਨਗਰ ਔਰ ਇੰਦਰ ਨਗਰ ਦੋ ਇਲਾਕਿਆਂ ਨੂੰ ਲੱਗਦਾ ਹੈ। ਨੁੱਕਰ ਦੇ ਪਾਰਕ ਹੈ ਉਹ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਡਿਵੈਲਪਮੈਂਟ ਕੀਤੀ ਗਈ ਸੀਗੀ, ਸੋ ਉਹ ਲੋਕਾਂ ਵਾਸਤੇ ਹੀ ਹੈਗਾ। ਦੇਖੋ ਇਹ ਲੋਕਾਂ ਵਾਸਤੇ ਤਾਂ ਹੁਣ ਰਿਹਾ ਨਹੀਂ, ਜਿਹਨੂੰ ਆਪਾਂ ਜਿੰਦਰਾ ਲਾ ਲਈਏ, ਲੋਕ ਲਾ ਲਈਏ, ਚਾਬੀ ਮੇਰੀ ਜੇਬ 'ਚ ਹੋਵੇ, ਕੋਈ ਆਮ ਵਿਅਕਤੀ ਉੱਥੇ ਵੜ ਨਹੀਂ ਸਕਦਾ, ਤੇ ਅਸੀਂ ਕਿਵੇਂ ਕਹੀਏ ਕਿ ਆਮ ਪਬਲਿਕ ਦੇ ਵਾਸਤੇ ਆ। ਆਮ ਪਬਲਿਕ ਵਾਸਤੇ ਹੁੰਦਾ ਆ ਜਿਹੜੀ ਸਾਡੇ ਘਰਾਂ ਦੇ ਸਾਹਮਣੇ ਪਾਰਕ ਲੱਗਦੀ, ਉੱਥੇ ਹਰੇਕ ਵਾਸੀ ਆਸੇ-ਪਾਸੇ ਵਾਲਾ ਉੱਥੇ ਸੈਰ ਕਰਨ ਜਾਵੇ, ਉਹਦੀ ਵਰਤੋਂ ਕਰੇ ਔਰ ਉੱਥੇ ਦੀ ਗ੍ਰੀਨਰੀ ਦੇ ਵਿੱਚ ਜਾ ਕੇ ਆਕਸੀਜਨ ਲਵੇ, ਉੱਥੇ ਆਪਣੀ ਐਕਸਰਸਾਈਜ਼ ਕਰੇ। ਪਰ ਕੀ ਸੁਬਰਾਮਨਿਅਮ ਜੀ ਕਿਸੇ ਨੂੰ ਇਜਾਜ਼ਤ ਦਿੰਦੇ ਨੇ? ਉੱਥੇ ਅੰਦਰ ਤਾਂ ਚਿੜੀ ਨਹੀਂ ਫੜਕ ਸਕਦੀ। ਸਿਰਫ ਸੁਬਰਾਮਨਿਅਮ ਜੀ ਦਾ ਜਿਹੜਾ ਘਰ ਆ ਉਹਦੇ ਨਾਲ ਲੱਗਦਾ, ਆਪਣੇ ਘਰ ਦੇ ਵਿੱਚੋਂ ਦਰਵਾਜ਼ਾ ਕੱਢਿਆ ਹੋਇਆ ਆ, ਉਹਦੀ ਨਜਾਇਜ਼ ਤੌਰ ਤੇ ਵਰਤੋਂ ਕਰ ਰਹੇ ਨੇ, ਸਾਰਿਆਂ ਨੂੰ ਦਿਸ ਰਿਹਾ ਉੱਥੇ। ਕਦੇ ਮੈਂ ਤਾਂ ਕਦੇ ਉੱਥੇ ਪਬਲਿਕ ਦਾ ਵਿਅਕਤੀ ਵਿਚਾਰਾ ਦੇਖਿਆ ਹੀ ਨਹੀਂ, ਸਗੋਂ ਦੇਖਿਆ ਮੈਂ ਇੱਕ ਦਿਨ ਡੌਗੀ ਵੀ ਸੀ ਉੱਥੇ, ਸ਼ਾਇਦ ਉਹ ਸੁਬਰਾਮਨਿਅਮ ਜੀ ਦਾ ਸੀ। ਸੋ ਕਹਿਣ ਦਾ ਮਤਲਬ ਆ ਕਿ ਨਜਾਇਜ਼ ਤੌਰ ਤੇ ਬਿਲਕੁਲ ਸ਼ਰੇਆਮ ਉਹਦੀ ਦੁਰਵਰਤੋਂ ਹੋ ਰਹੀ ਹੈ। ਦੇਖੋ ਸੁਬਰਾਮਨਿਅਮ ਜੀ ਜਿਸ ਦਿਨ ਦੇ ਚਾਰਜ ਸੰਭਾਲਿਆ, ਚਾਹੇ LDP ਜਿਹੜੇ ਪਲਾਟ ਨੇ ਉਹਨਾਂ ਦੀ ਨਜਾਇਜ਼ ਤੌਰ ਤੇ ਇਹਨਾਂ ਨੇ ਆਕਸ਼ਨ ਕੀਤੀ, ਉਹਨਾਂ ਦਾ ਡਰਾਅ ਕੱਢਿਆ, ਆਪਣੇ ਚਹੇਤਿਆਂ ਨੂੰ ਦਿੱਤੇ, ਹੋਰ ਵੀ ਇਹਨਾਂ ਨੇ ਕਰੋੜਾਂ ਅਰਬਾਂ ਦੇ ਘੁਟਾਲੇ ਕੀਤੇ ਭਾਰਤ ਭੂਸ਼ਣ ਆਸ਼ੂ ਜੀ ਦੇ ਨਾਲ ਮਿਲ ਕੇ, ਜਿਹਦੇ ਵਿੱਚ ਇਹ ਬਿਲਕੁਲ ਸ਼ਾਮਲ ਨੇ। ਅਸੀਂ ਬੜੀ ਜਲਦੀ ਹੀ ਲੁਧਿਆਣਾ ਸ਼ਹਿਰ ਦੀ ਸਾਰਿਆਂ ਦੀ ਨੌਲੇਜ ਦੇ ਵਿੱਚ, ਸਾਰਿਆਂ ਦੇ ਸਾਹਮਣੇ ਪ੍ਰਤੱਖ ਤੌਰ ਤੇ ਅਸੀਂ ਲੁਧਿਆਣਾ ਸਿਟੀ ਸੈਂਟਰ 2 ਸਕੈਮ ਲੈ ਕੇ ਆ ਰਹੇ ਹਾਂ ਵੀ ਇਹਨਾਂ ਨੇ ਕੋਈ ਛੋਟਾ-ਮੋਟਾ ਕੰਮ ਨਹੀਂ ਕੀਤਾ। 300-400 ਕਰੋੜ ਜਿਹੜੀ ਅਸੀਂ ਪਰਸੋਂ ਪ੍ਰੈਸ ਕਾਨਫਰੰਸ ਕੀਤੀ ਆ, ਉਹ ਬਹੁਤ ਮੈਨੂੰ ਲੱਗਦਾ ਹੈ ਇੱਕ ਛੋਟਾ ਜਿਹਾ ਆਈਸਬਰਗ ਆ ਜੋ ਲੁਧਿਆਣੇ ਦੀ ਜਨਤਾ ਨਾਲ ਠੱਗੀ ਮਾਰੀ ਗਈ ਆ। ਇਸ ਤੋਂ ਵੀ ਵੱਡਾ ਚੀਜ਼ ਜਿਹੜੀ ਆ ਉਹ ਅਸੀਂ ਇੱਕ ਇੱਕ ਕਰਕੇ ਅਸੀਂ ਜੋੜ ਕੇ ਸਾਹਮਣੇ ਲਿਆ ਚੁੱਕੇ ਆ ਔਰ ਜਲਦੀ ਹੀ ਅਸੀਂ ਮੀਡੀਆ ਦੇ ਵਿੱਚ ਪਬਲਿਕ ਦੇ ਸਾਹਮਣੇ ਲਿਆਵਾਂਗੇ, ਜਿਸ ਨੂੰ ਅਸੀਂ ਇਹ ਨਾਮ ਦਿੰਦੇ ਆ ਕਿ ਇਸ ਲੈਂਡ ਮਾਫੀਆ ਨੇ ਭਾਰਤ ਭੂਸ਼ਣ ਆਸ਼ੂ ਜੀ ਦੇ ਨਾਲ ਮਿਲ ਕੇ ਔਰ ਸੁਬਰਾਮਨਿਅਮ ਜੀ ਦੇ ਨਾਲ ਮਿਲ ਕੇ ਔਰ ਇੱਕ ਸਾਡੇ ਇੱਥੇ ਹਿਮੰਤ ਸੂਦ ਜੀ ਆ ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੇ ਲੁਧਿਆਣਾ ਦੇ ਵਿੱਚ ਸਿਟੀ 2 ਸੈਂਟਰ ਜਿਹੜਾ ਆ, ਅਸੀਂ 2 ਇਸ ਕਰਕੇ ਨਾਮ ਦਿੰਦੇ ਆ ਕਿ ਪਹਿਲਾਂ ਇੱਕ ਵਾਪਰ ਚੁੱਕਿਆ ਆ ਸ਼ਹੀਦ ਭਗਤ ਸਿੰਘ ਦੇ ਨਗਰ ਦੇ ਵਿੱਚ, ਜਿਹੜਾ ਵੀ ਲੁਧਿਆਣੇ ਦੇ ਨਾਲ 2-3 ਹਜ਼ਾਰ ਕਰੋੜ ਰੁਪਏ ਦਾ
ਚੂਨਾ ਲੱਗ ਚੁੱਕਿਆ ਲੁਧਿਆਣੇ ਦੀ ਜਨਤਾ ਦੇ ਨਾਲ। ਇਸ ਕਰਕੇ ਜਿਹੜਾ ਹੁਣ ਦੂਸਰਾ ਸਕੈਮ ਵਾਪਰਿਆ ਉਹਨੂੰ ਅਸੀਂ ਸਿਟੀ ਸੈਂਟਰ 2 ਦਾ ਨਾਮ ਦੇਣ ਜਾ ਰਹੇ ਹਾਂ ਔਰ ਜਲਦੀ ਹੀ ਵਿਦ ਡਾਕੂਮੈਂਟਰੀ ਐਵੀਡੈਂਸ ਲੈ ਕੇ ਅਸੀਂ ਆਪ ਜੀ ਦੇ ਬਿਲਕੁਲ ਸਾਹਮਣੇ ਆਵਾਂਗੇ ਕਿ ਲੁਧਿਆਣੇ ਦੇ ਨਾਲ ਅਸਲੀਅਤ ਦੇ ਵਿੱਚ ਆਹ ਹੋਣੀ ਵਾਪਰ ਚੁੱਕੀ ਆ। ਸਾਰੇ ਲੁਧਿਆਣਾ ਵਾਸੀਆਂ ਨੂੰ ਇਸ ਟਾਈਮ ਤੇ ਖੜੇ ਹੋਣ ਦੀ ਜ਼ਰੂਰਤ ਆ, ਆਵਾਜ਼ ਚੁੱਕਣ ਦੀ ਜ਼ਰੂਰਤ ਆ। ਮੈਂ ਕਹਿੰਦਾ ਮੇਰੀ ਆਵਾਜ਼ ਦੇ ਨਾਲ ਸਾਰੇ ਆਵਾਜ਼ ਚੁੱਕੋ, ਕਿਉਂਕਿ ਅੱਜ ਜੇ ਅਸੀਂ ਲੁਧਿਆਣਾ ਨਾ ਇਹਨਾਂ ਕੋਲੋਂ ਸਾਂਭਿਆ ਤੇ ਇਹ ਸਾਡੇ ਲੁਧਿਆਣੇ ਨੂੰ ਇਹ ਲੋਕ ਬਰਬਾਦ ਕਰਕੇ ਰੱਖ ਦੇਣਗੇ। ਅੱਜ ਸਾਨੂੰ ਇਹਨਾਂ ਕੋਲੋਂ ਬਚਣ ਦੀ ਜ਼ਰੂਰਤ ਆ। ਆਪਣੀਆਂ ਭਵਿੱਖ ਦੀਆਂ ਜਨਰੇਸ਼ਨਸ ਨੂੰ, ਆਪਣੇ ਭਵਿੱਖ ਦੇ ਸੰਦਰਭ ਨੂੰ ਸਾਨੂੰ ਅੱਜ ਬਚਾਉਣ ਦੀ ਜ਼ਰੂਰਤ ਹੈ। ਪਾਰਕ ਨੂੰ ਖੁਲਵਾਉਣ ਦੇ ਲਈ ਅੱਗੇ ਤੁਹਾਡੇ ਵੱਲੋਂ ਕੀ ਕੀਤਾ ਜਾਏਗਾ, ਭਾਰਤੀ ਜਨਤਾ ਪਾਰਟੀ ਵੱਲੋਂ ਕੀ ਕੀਤਾ ਜਾਏਗਾ? ਦੇਖੋ, ਮੈਂ ਤਾਂ ਸਭ ਤੋਂ ਪਹਿਲਾਂ ਇਹ ਇਲਾਕਾ ਜਿਹੜਾ ਲੁਧਿਆਣਾ ਪੱਛਮੀ ਦੇ ਵਿੱਚ ਪੈਂਦਾ ਔਰ ਇਸ ਦੀ ਜਿਹੜੀ ਮੈਂ ਕਹਾਂਗਾ ਸਭ ਤੋਂ ਵੱਡੀ ਜਿਹੜੀ ਜ਼ਿੰਮੇਵਾਰੀ ਆ ਉਹ ਭਾਰਤ ਭੂਸ਼ਣ ਆਸ਼ੂ ਜੀ ਦੀ ਬਣਦੀ ਆ। ਪਰ ਉਹ ਤੇ ਇਸ ਸਿਸਟਮ ਦੇ ਨਾਲ ਘਿਓ ਖਿਚੜੀ, ਉਹ ਕੀ ਕਹਿਣਗੇ ਵੀ ਸੁਬਰਾਮਨੀਅਮ ਜੀ ਤੂੰ ਪਾਰਕ ਕਿਉਂ ਛੱਡ ਦਿਓ, ਕਿਉਂਕਿ ਸੁਬਰਾਮਨੀਅਮ ਜੀ ਕਹਿਣਗੇ ਪਹਿਲਾਂ ਤੂੰ ਪਾਰਕ ਛੱਡ। ਠੀਕ ਹੈ ਜੀ। ਇਸ ਕਰਕੇ ਅਸੀਂ ਆਵਾਮ ਦੇ ਕੋਲ ਜਾਵਾਂਗੇ, ਜਨਤਾ ਦੇ ਕੋਲ ਜਾਵਾਂਗੇ ਔਰ ਜਨਤਾ ਨੂੰ ਇਕੱਠੇ ਕਰਾਂਗੇ। ਇਕੱਠੇ ਕਰਕੇ ਹੀ ਸੁਬਰਾਮਨੀਅਮ ਸਾਹਿਬ ਦੇ ਘਰ ਦੇ ਅੱਗੇ ਧਰਨਾ ਦੇਵਾਂਗੇ ਔਰ ਪ੍ਰਸ਼ਾਸਨ ਕੋਲ ਵੀ ਜਾਵਾਂਗੇ ਕਿ ਇਹਦਾ ਨਜਾਇਜ਼ ਕਬਜ਼ਾ ਇਹਨਾਂ ਕੋਲ ਛਡਾਇਆ ਜਾਵੇ ਔਰ ਨਜਾਇਜ਼ ਤੌਰ ਤੇ ਕਬਜ਼ਾ ਕਰਨ ਦੇ ਸਬੰਧ ਵਿੱਚ ਇੰਡੀਅਨ ਪੀਨਲ ਕੋਡ ਦੀ ਧਾਰਾ ਦੇ ਅਧੀਨ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਸੋ ਇਹ ਸੀਗੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਸਿੱਧੂ। ਇਹਨਾਂ ਦਾ ਕਹਿਣਾ ਹੈ ਕਿ ਅਗਰ ਪਾਰਕ ਨਹੀਂ ਖਾਲੀ ਕੀਤਾ ਜਾਏਗਾ ਤੇ ਉਹਨੂੰ ਖਾਲੀ ਕਰਵਾਉਣ ਦੇ ਲਈ ਕਾਨੂੰਨੀ ਲੜਾਈ ਲੜਨ ਦੀ ਜ਼ਰੂਰਤ ਪਈ ਤੇ ਉਹ ਵੀ ਲੜੀ ਜਾਏਗੀ। ਕੈਮਰਾਮੈਨ ਸੰਦੀਪ ਦੇ ਨਾਲ ਵਿਕਾਸ ਮਲਹੋਤਰਾ, ਦਾ ਸਿਟੀ ਹੈਡਲਾਈਨਸ।